ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਨਮਾਨਯੋਗ ਸਾਧ ਸੰਗਤ ਜੀਓ, ਜਿਵੇਂ ਕਿ ਪਰਮੇਸ਼ਰ ਦੀ ਇਸ ਵਿਸ਼ਾਲ ਰਚਨਾ ਦੇ ਅੰਦਰ ਜਿੰਨੇ ਵੀ ਜੀਵ ਜੰਤੂ ਵਾਹਿਗੁਰੂ ਜੀ ਨੇ ਉਤਪੰਨ ਕੀਤੇ ਆ, ਇਹਨਾਂ ਦੇ ਵਿੱਚ ਕਈ ਤਾਂ ਬਹੁਤ ਛੋਟੀ ਉਮਰ ਦੇ ਜੀਵ ਹੈਗੇ ਜਿਹੜੀ ਆਪਣੇ ਜੀਵਨ ਦੀ ਬਿਲਕੁਲ ਛੋਟੀ ਖੇਡ ਭੋਗ ਕੇ ਸੰਸਾਰ ਤੋਂ ਚਲੇ ਜਾਂਦੇ ਆ, ਅਤੇ ਕਈ ਐਸੇ ਜੀਵ ਵਾਹਿਗੁਰੂ ਨੇ ਬਣਾਏ ਆ ਜਿਨ੍ਹਾਂ ਦੀ ਉਮਰਾਂ ਦੀਰਘ ਕਾਲ ਤੱਕ ਹੈਗੀਆਂ। ਕਿਆ ਇਹ ਐਸੀ ਹੈ ਨਾ ਇੱਕ ਬਚਿੱਤਰ ਲੀਲਾ ਕਾਲ ਪੁਰਖ ਦੀ ਹੈ। ਅਤੇ ਇਹਨਾਂ ਦੀਰਘ ਆਜੂ ਵਾਲੀਆਂ ਉਮਰਾਂ ਦੇ ਵਿੱਚ ਇੱਕ ਨਾਮ ਕਾਕ ਭਸੰਗ ਦਾ ਵੀ ਆਉਂਦਾ ਹੈ। ਸੋ ਕਾਕ ਭਸੰਗ ਦੇ ਜੀਵਨ ਦੀ ਜਿਹੜੀ ਬਚਿੱਤਰ ਲੀਲਾ ਹੈ ਨਾ, ਜਿਹੜੀ ਉਸ ਨੇ ਧੰਨ ਗੁਰੂ ਨਾਨਕ ਸਾਹਿਬ ਅਤੇ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਆਪਣੇ ਸਮੇਂ ਦੇ ਵਿੱਚ ਸਾਂਝੀ ਕੀਤੀ ਸੀਗੀ, ਇਸ ਦਾ ਇੱਕ ਪ੍ਰਸੰਗ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ। ਸੋ ਪ੍ਰਸੰਗ ਇਸ ਤਰ੍ਹਾਂ ਹੈ ਕਿ ਇੱਕ ਵਾਰ ਧੰਨ ਗੁਰੂ ਨਾਨਕ ਸਾਹਿਬ ਅਤੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਇੱਕ ਐਸੀ ਧਰਤੀ 'ਤੇ ਪਹੁੰਚੇ ਆ, ਜਿਸ ਧਰਤੀ ਦੇ ਉੱਤੇ ਬਹੰਗਮ ਜਿਹੜੇ ਸਾਧੂ ਆ ਨਾ, ਉਹਨਾਂ ਦੀ ਆਪਣੀ ਰਿਹਾਇਸ਼ ਹੈਗੀ ਆ। ਇਹ ਜਿਹੜੇ ਬਹੰਗਮ ਸਾਧੂਆਂ ਦੀ ਧਰਤੀ ਆ, ਇਸ ਧਰਤੀ ਦੇ ਉੱਤੇ ਜਦੋਂ ਗੁਰੂ ਨਾਨਕ ਸਾਹਿਬ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਦੇ ਨਾਲ ਆਏ ਆ, ਇੱਥੇ ਆ ਕੇ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਨੇ ਕੀ ਦੇਖਿਆ ਕਿ ਇਸ ਧਰਤੀ ਦੇ ਉੱਤੇ ਬਹੁਤ ਸਾਰੇ ਬਹੰਗਮ ਸਾਧੂ ਬੈਠੇ ਹੋਏ ਆ, ਅਤੇ ਇਹਨਾਂ ਬਹੰਗਮ ਸਾਧੂਆਂ ਦੇ ਵਿੱਚ ਹੈ ਨਾ ਇੱਕ ਐਸੀ ਜੋ ਦ੍ਰਿਵ ਮੂਰਤੀ ਹੈ ਉਹ ਬੈਠੀ ਹੋਈ ਆ, ਅਤੇ ਉਹ ਬਾਕੀ ਸਾਰੇ ਬਹੰਗਮ ਸਾਧੂਆਂ ਨੂੰ ਕਿਸੇ ਪ੍ਰੇਮ ਦੇ ਵਿੱਚ ਤਾਂ ਕਿਸੇ ਆਨੰਦ ਦੇ ਵਿੱਚ ਇੱਕ ਐਸੀ ਕਥਾ ਸੁਣਾ ਰਹੇ ਆ ਜਿਹਨੂੰ ਸੁਣ ਕੇ ਜਿਹੜੇ ਬਹੰਗਮ ਸਾਧੂ ਹਨ ਬੜੇ ਸ਼ਰਧਾ ਅਤੇ ਪ੍ਰੇਮ ਦੇ ਵਿੱਚ ਭਿੱਜੇ ਹੋ ਕੇ ਸੁਣ ਰਹੇ ਆ। ਅਤੇ ਜਦੋਂ ਗੁਰੂ ਨਾਨਕ ਸਾਹਿਬ ਭਾਈ ਬਾਲਾ ਮਰਦਾਨਾ ਜੀ ਨੇ ਇਸ ਧਰਤੀ ਦੇ ਉੱਤੇ ਆਪਣਾ ਜਿਹੜਾ ਸੀ ਮੁਬਾਰਕ ਚਰਨ ਰੱਖਿਆ, ਅਤੇ ਗੁਰੂ ਨਾਨਕ ਸਾਹਿਬ ਇੱਕ ਪਾਸੇ ਹੋ ਕੇ ਇਹਨਾਂ ਸਾਧੂਆਂ ਤੋਂ ਬੈਠ ਗਏ, ਲੇਕਿਨ ਇਹਨਾਂ ਸਾਧੂਆਂ ਦੀ ਮੰਡਲੀ ਦੇ ਵਿੱਚ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਬੈਠ ਕੇ ਕਥਾ ਸਰਵਣ ਕਰਨ ਲੱਗੇ। ਜਦ ਕਥਾ ਸਰਵਣ ਕਰਨ ਲੱਗੇ ਅਤੇ ਜਦ ਇਸ ਕਥਾ ਦਾ ਭੋਗ ਪਿਆ, ਜਿੰਨੇ ਵੀ ਬਹੰਗਮ ਸਾਧੂ ਸੀ ਸਾਰਿਆਂ ਨੇ ਉਹ ਜਿਹੜਾ ਕਥਾ ਕਰ ਰਿਹਾ ਸੀਗਾ ਪ੍ਰੇਮ ਬਸ ਹੋ ਕੇ, ਜੋ ਪਰਮਹੰਸ ਮੂਰਤ ਸੀਗੀ, ਉਹਨੂੰ ਸਾਰਿਆਂ ਨੇ ਜਿਹੜੀ ਸੀ ਉਹ ਵੰਦਨਾ ਕੀਤੀ ਆ। ਵੰਦਨਾ ਕਰਕੇ ਜਦੋਂ ਸਾਧੂ ਸਾਰੇ ਉੱਠ ਕੇ ਦੂਸਰੇ ਪਾਸੇ ਗਏ, ਤਾਂ ਬਹੰਗਮ ਸਾਧੂ ਜਿਹੜੇ ਸੀਗੇ ਅੰਤਰ ਧਿਆਨ ਹੋਏ, ਅਤੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਜਦ ਉੱਥੇ ਬੈਠੇ ਸੀਗੇ, ਉਹਨਾਂ ਨੇ ਫਿਰ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਆਹ ਜਿਹੜੇ ਕਥਾ ਕਰਦੇ ਹੈਗੇ ਆ, ਇਹ ਬਹੰਗਮ ਮੂਰਤੀ ਦਿਵ ਹੈਗੀ, ਇਹ ਕੌਣ ਆ? ਤਾਂ ਫਿਰ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਇਹ ਜਿਹੜਾ ਕਥਾ ਕਰ ਰਹੇ ਆ, ਇਹ ਕਾਕ ਭਸੰਗ ਹੈ। ਸੋ ਜਦ ਕਾਕ ਭਸੰਗ ਜੀ ਦਾ ਨਾਮ ਲਿਆ, ਅਤੇ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਨੇ ਬੜਾ ਜਾਣੀ ਕਿ ਹੈਰਾਨ ਹੋ ਕੇ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਕਿ ਇਹ ਭਾਈ ਕਾਕ ਭਸੰਗ ਕੌਣ ਹੈਗਾ? ਅਤੇ ਫਿਰ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਕਿ ਤੁਸੀਂ ਕੀਰਤਨ ਕਰੋ ਸ਼ਬਦ ਦੇ ਵਿੱਚ, ਉਸ ਤੋਂ ਬਾਅਦ ਤੁਹਾਨੂੰ ਸਾਰੀ ਇਸ ਗੱਲ ਦਾ ਗਿਆਨ ਹੋ ਜਾਏਗਾ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਹੁਕਮ ਪਾ ਕੇ ਭਾਈ ਮਰਦਾਨਾ ਜੀ ਨੇ ਜਦੋਂ ਰਵਾਬ ਛੇੜਿਆ, ਰਵਾਬ ਛੇੜਨ ਤੋਂ ਬਾਅਦ ਜਿਉਂ ਹੀ ਕੀਰਤਨ ਦਾ ਆਲਾਪ ਕਰਨਾ ਸ਼ੁਰੂ ਕੀਤਾ, ਤਾਂ ਉਹ ਜਿਹੜੀ ਦ੍ਰਿਵ ਮੂਰਤੀ ਸੀ ਉਹਦਾ ਧਿਆਨ ਕੀਰਤਨ ਵੱਲ ਖਿੱਚਿਆ ਗਿਆ। ਜਦ ਖਿੱਚਿਆ ਗਿਆ ਤਾਂ ਕਾਕ ਭਸੰਗ ਦੀ ਜਿਹੜੀ ਸੁਰਤ ਸੀਗੀ ਕਿਸੇ ਐਸੇ ਆਨੰਦ ਦੇ ਸਮੁੰਦਰ ਦੇ ਵਿੱਚ ਚਲੇ ਗਈ, ਐਸੀ ਗਹਿਰੀ ਸੁਰਤ ਕਿਸੇ ਐਸੇ ਠਾਠਾਂ ਮਾਰਦੇ ਸਮੁੰਦਰ 'ਚ ਗਈ ਕਿ ਉਹ ਕਈ ਚਿਰ ਇਸ ਸਮਾਧੀ ਵਿੱਚ ਬੈਠੇ ਰਹੇ। ਪਰ ਜਦ ਕੀਰਤਨ ਦਾ ਭੋਗ ਜਿਹੜਾ ਸੀਗਾ ਸ਼ਬਦ ਦਾ ਪਿਆ ਹੈਗਾ, ਅਤੇ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਵੀ ਫਿਰ ਕੀਰਤਨ ਸ਼ਬਦ ਦੇ ਭੋਗ ਤੋਂ ਬਾਅਦ ਜਦ ਕੁਝ ਚਿਰ ਉੱਥੇ ਬੈਠੇ, ਫਿਰ ਹੌਲੀ ਹੌਲੀ ਕਾਕ ਭਸੰਗ ਨੇ ਆਪਣੀਆਂ ਜਦ ਅੱਖਾਂ ਖੋਲ੍ਹੀਆਂ, ਅੱਖਾਂ ਖੁੱਲ੍ਹ ਕੇ ਤਾਂ ਇਹਨਾਂ ਦੋ ਜਿਹੜੀਆਂ ਮੂਰਤੀਆਂ ਸੀਗੀਆਂ ਦਿਵ ਮੂਰਤੀਆਂ ਭਾਈ ਬਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਤੱਕ ਕੇ ਅਤੇ ਕਾਕ ਭਸੰਗ ਜਿਹੜੇ ਸੀਗੇ ਬੜੇ ਅਚਰਜ ਹੋਏ, ਅਤੇ ਇਹਨਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ, ਅਤੇ ਇਹ ਜਿਹੜਾ ਤੁਸੀਂ ਸ਼ਬਦ ਕੀਰਤਨ ਕੀਤਾ ਹੈਗਾ, ਇਸ ਦਾ ਲਿਖਾਰੀ ਕੌਣ ਹੈ? ਜਦ ਇਸ ਤਰ੍ਹਾਂ ਦੇ ਬਚਨ ਕਾਕ ਭਸੰਗ ਨੇ ਭਾਈ ਬਾਲਾ ਅਤੇ ਭਾਈ ਮਰਦਾਨਾ ਜੀ ਨੂੰ ਪੁੱਛੇ, ਤਾਂ ਫਿਰ ਭਾਈ ਮਰਦਾਨਾ ਜੀ ਨੇ ਆਖਿਆ ਕਿ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਭਾਈ ਹਾਂ, ਅਤੇ ਗੁਰੂ ਨਾਨਕ ਸਾਹਿਬ ਆਪ ਨਿਰੰਕਾਰ ਰੂਪ ਦੇ ਵਿੱਚ ਹੋ ਕੇ ਇਸ ਸ਼ਬਦਾਂ ਦੀ ਜਿਹੜੀ ਖਾਨ ਵਾ ਇਸ ਖਾਨ ਦੇ ਵਿੱਚੋਂ ਇਹ ਸ਼ਬਦਾਂ ਦੀ ਜਿਹੜੀ ਆਪਣੀ ਜੋ ਹੋਂਦ ਹੈਗੀ ਆ, ਜੋ ਸ਼ਬਦਾਂ ਦੀ ਵਾਹਿਗੁਰੂ ਵੱਲੋਂ ਦਿੱਤੀ ਗੁਰੂ ਨਾਨਕ ਸਾਹਿਬ ਦੀ ਆਪਣੀ ਸਰੂਪ ਦੀ ਜੋ ਉਸਤਤੀ ਆ,
ਉਸ ਦਾ ਅਸੀਂ ਵਰਣਨ ਕਰਦੇ। ਜਦ ਇਸ ਤਰ੍ਹਾਂ ਦੇ ਬਚਨ ਭਾਈ ਮਰਦਾਨਾ ਜੀ ਨੇ ਕੀਤੇ ਤਾਂ ਫਿਰ ਕਾਕ ਸੰਗ ਉੱਠਿਆ। ਉੱਠ ਕੇ ਉਹਨੇ ਗੁਰੂ ਨਾਨਕ ਸਾਹਿਬ ਜਿਹੜੇ ਥੋੜ੍ਹੀ ਜਿਹੀ ਦੂਰ ਬੈਠੇ ਸੀਗੇ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਮੱਥਾ ਟੇਕਿਆ। ਮੱਥਾ ਟੇਕ ਕੇ ਚਰਨਾਂ ਦੇ ਨਾਲ ਹੀ ਫਿਰ ਕਾਕ ਸੰਗ ਜਿਹੜਾ ਸੀਗਾ ਉਹ ਲਿਪਟ ਗਿਆ। ਉਸ ਤੋਂ ਬਾਅਦ ਫਿਰ ਕਾਕ ਸੰਗ ਨੇ ਗੁਰੂ ਨਾਨਕ ਸਾਹਿਬ ਅੱਗੇ ਦੋਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਅਸੀਂ ਇਸ ਸਮੇਂ ਦੇ ਵਿੱਚ ਤੁਹਾਡੇ ਅਵਤਾਰ ਦਾ ਕਲਯੁਗ ਵਿੱਚ ਹੋਣ ਬਾਰੇ ਸੁਣਿਆ ਸੀ, ਪਰ ਮੇਰੇ ਮਨ 'ਚ ਚਾਹਨਾ ਵੀ ਸੀ ਕਿ ਮੈਂ ਤੁਹਾਡੇ ਦਰਸ਼ਨ ਕਰਾਂ, ਪਰ ਜਿਹੜੀ ਮੈਂ ਮਨ 'ਚ ਕਲਪਨਾ ਕਰਕੇ ਬੈਠਾ ਸੀਗਾ, ਇਸ ਕਲਪਨਾ ਤੋਂ ਕੋਹਾਂ ਹੀ ਦੂਰ ਤੁਹਾਡਾ ਦਰਸ਼ਨ ਕਰਦਿਆਂ ਸਾਰੀ ਮੇਰੇ ਅੰਦਰ ਠੰਡ ਵਰਤ ਗਈ ਹੈ। ਜਦੋਂ ਕਾਕ ਸੰਗ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਾਕ ਸੰਗ ਨੂੰ ਇਹ ਗੱਲ ਆਖੀ ਆ ਕਿ ਤੁਸੀਂ ਆਪਣੇ ਸਮੇਂ ਦੇ ਵਿੱਚ ਜਿੰਨੇ ਵੀ ਗਿਆਨੀ ਆ, ਗੁਣੀ ਗਿਆਨੀ, ਉਹਨਾਂ ਸਾਰਿਆਂ ਤੋਂ ਮਹਾਨ ਵਾ ਤੇ ਤੁਹਾਡੀ ਭਗਤੀ ਜਿਹੜੀ ਆ ਉਹ ਵੀ ਨਿਰੰਤਰ ਹੈਗੀ ਆ। ਤੇ ਇਸ ਭਗਤੀ ਤੋਂ ਬਾਅਦ ਤੁਸੀਂ ਸਰੋਤੇ ਵੀ ਜਿਹੜੇ ਸੁਣਨ ਦੇ ਵਿੱਚ ਬਹੁਤ ਜ਼ਿਆਦਾ ਮਹਾਨ ਵਾ। ਜਦ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਾਕ ਸੰਗ ਦੇ ਨਾਲ ਇਸ ਤਰ੍ਹਾਂ ਦੇ ਬਚਨ ਕੀਤੇ, ਫਿਰ ਕਾਕ ਸੰਗ ਨੇ ਪੁੱਛਿਆ ਸੀਗਾ ਕਿ ਸਾਨੂੰ ਇਹ ਦੱਸੋ ਵੀ ਸਰੋਤੇ ਕੀ ਹੁੰਦੇ ਆ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਾਕ ਸੰਗ ਨੂੰ ਇਹ ਦੱਸਿਆ ਸੀ ਕਿ ਜਿਹੜੇ ਸਰੋਤੇ ਆ ਇਹ 5 ਪ੍ਰਕਾਰ ਦੇ ਹੁੰਦੇ ਆ। ਇੱਕ ਉਹ ਸਰੋਤੇ ਹੁੰਦੇ ਆ ਜਿਹੜੇ ਰਾਗ ਰਾਗਣੀਆਂ ਦੇ ਗਿਆਤਾ ਹੁੰਦੇ ਆ ਤੇ ਜਿਨ੍ਹਾਂ ਨੂੰ ਰਾਗ ਵਿਦਿਆ ਦੀ ਸੋਝੀ ਤੇ ਸਮਝ ਤੇ ਭੇਦ ਦਾ ਪਤਾ ਹੁੰਦਾ। ਨੰਬਰ 1 ਤੇ ਸਰੋਤੇ ਉਹ ਹੁੰਦੇ ਆ ਰਾਗ ਰਾਗਣੀਆਂ ਦੇ ਜੋ ਜਾਣਕਾਰ ਹੁੰਦੇ ਆ। ਦੂਸਰੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀਗਾ ਕਿ ਦੂਸਰੇ ਸਰੋਤੇ ਉਹ ਹੁੰਦੇ ਆ ਜਿਹਦੇ ਸੁਰ ਦੇ ਗਿਆਨ ਨੂੰ ਪਹਿਚਾਣਦੇ ਆ, ਕਿਉਂਕਿ ਜਿਵੇਂ 7 ਸੁਰਾਂ ਹੈਗੀਆਂ ਤੇ ਇਹਨਾਂ ਸੁਰਾਂ ਦੇ ਗਿਆਨ ਨੂੰ ਪਹਿਚਾਨਣ ਵਾਲੇ ਵੀ ਜਿਹੜੇ ਇਹ ਸਰੋਤੇ ਮੰਨੇ ਜਾਂਦੇ ਆ। ਤੇ ਤੀਸਰਾ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਾਕ ਸੰਗ ਨੂੰ ਉਪਦੇਸ਼ ਦੇ ਵਿੱਚ ਇਹ ਦੱਸਿਆ ਸੀਗਾ ਕਿ ਤੀਸਰੇ ਸਰੋਪੇ ਉਹ ਆ ਜਿਹੜੇ ਰਾਗ ਦੇ ਤਾਲ ਨੂੰ ਸੁਣਨ ਵਾਲੇ ਹੁੰਦੇ ਆ। ਤੇ ਭਾਵ ਕੀ ਆ, ਇਸ ਤਾਲ ਨੂੰ ਜਿਹੜੇ ਸੁਣਨ ਵਾਲੇ ਰਾਗ ਦੀ ਤਾਲ ਨੂੰ ਸੁਣਨ ਵਾਲੇ, ਇਹ ਸਰੋਤੇ ਤੀਸਰੇ ਨੰਬਰ 'ਤੇ ਹੁੰਦੇ ਆ। ਤੇ ਚੌਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀਗਾ ਕਿ ਜਿਹੜੇ ਬਾਜੇ ਸੰਗੀਤ ਦੀਆਂ ਧੁਨਾਂ ਦਾ ਰਸ ਲੈਂਦੇ ਆ, ਇਹ ਵੀ ਸਰੋਤਿਆਂ ਵਿੱਚ ਆਉਂਦੇ ਆ। ਤੇ ਪੰਜਵੇਂ ਸਰੋਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀਗਾ ਕਿ ਜਿਹੜੇ ਸ਼ਬਦਾਂ ਦੇ ਅਰਥ ਭੇਦ ਨੂੰ ਜਾਂ ਅਰਥਾਂ ਦੇ ਭਾਵਾਂ ਨੂੰ ਸਮਝਦੇ ਉਹ ਸਰੋਤੇ ਹੁੰਦੇ ਆ। ਫਿਰ ਕਾਕ ਸੰਗ ਨੇ ਇਹ ਪ੍ਰਸ਼ਨ ਕੀਤਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿ ਸਾਨੂੰ ਇਹ ਦੱਸੋ ਕਿ ਇਹਨਾਂ 5 ਸਰੋਤਿਆਂ ਵਿੱਚੋਂ ਸਭ ਤੋਂ ਸ੍ਰੇਸ਼ਟ ਸਰੋਤਾ ਕੌਣ ਆ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦੱਸਿਆ ਸੀਗਾ ਕਿ ਇਹਨਾਂ ਸਾਰਿਆਂ ਵਿੱਚੋਂ ਸ੍ਰੇਸ਼ਟ ਸਰੋਤਾ ਉਹ ਹੈਗਾ ਜਿਹੜਾ ਸ਼ਬਦਾਂ ਦੇ ਅਰਥ ਭਾਵਨਾ ਨੂੰ ਸਮਝਦਾ ਹੈਗਾ ਤੇ ਇਹਨਾਂ ਦੇ ਉੱਤੇ ਬਹੁਤ ਸੁੰਦਰ ਵਿਚਾਰ ਕਰ ਲੈਂਦਾ ਹੈਗਾ। ਸਭ ਤੋਂ ਵੱਡਾ ਸਰੋਤਾ ਉਹ ਹੈਗਾ। ਤੇ ਬਾਕੀ ਜਿਹੜੇ 4 ਸਰੋਤੇ ਆ ਉਹ ਤਾਂ ਇਸ ਤਰ੍ਹਾਂ ਸਮਝ ਲਓ ਜਿਵੇਂ ਫਲ ਦਾ ਕਿ ਛਿਲਕਾ ਹੁੰਦਾ ਹੈਗਾ। ਜਦ ਇਹ ਜਿਹੜੇ ਬਚਨ ਸੀਗੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਾਕ ਸੰਗ ਦੇ ਨਾਲ ਕੀਤੇ ਆ ਤੇ ਕਾਕ ਸੰਗ ਗੁਰੂ ਨਾਨਕ ਸਾਹਿਬ ਦੇ ਇਹਨਾਂ ਬਚਨਾਂ ਨੂੰ ਸੁਣ ਕੇ ਬੜੇ ਪ੍ਰਸੰਨ ਹੋਏ ਆ। ਫਿਰ ਉਸ ਤੋਂ ਬਾਅਦ ਮਰਦਾਨਾ ਜੀ ਨੇ ਜਦ ਕਾਕ ਸੰਗ ਦੇ ਬਚਨ ਕਰਦਿਆਂ ਬੜੀ ਗੌਰ ਨਾਲ ਤੱਕਦਿਆਂ ਸਰ ਫਿਰ ਉਹਨਾਂ ਨੇ ਇਹ ਪੁੱਛਿਆ ਕਿ ਸਾਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਇਸ ਜਗ੍ਹਾ 'ਤੇ ਜਿਹੜੀ ਬਹੰਗਮਾਂ ਦੀ ਧਰਤੀ ਇੱਥੇ ਰਹਿੰਦੇ ਆ, ਤੁਹਾਨੂੰ ਕਿੰਨੇ ਵਰਸ ਹੋ ਗਏ ਇਸ ਧਰਤੀ ਦੇ ਉੱਤੇ ਰਹਿੰਦਿਆਂ ਨੂੰ। ਜਦ ਭਾਈ ਮਰਦਾਨਾ ਜੀ ਨੇ ਇਹ ਬਚਨ ਕੀਤੇ ਤੇ ਫਿਰ ਕਾਕ ਸੰਗ ਨੇ ਭਾਈ ਮਰਦਾਨਾ ਜੀ ਨੂੰ ਦੱਸਿਆ ਕਿ ਦਰਅਸਲ ਗੱਲ ਇਹ ਹੈਗਾ ਕਿ ਮੈਨੂੰ ਇੰਨਾ ਸਮਾਂ ਹੋ ਗਿਆ ਇਸ ਧਰਤੀ 'ਤੇ ਰਹਿੰਦਿਆਂ ਨੂੰ ਕਿ ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਇਹਦੀ ਕਲਪਨਾ ਵੀ ਜਿਹੜੀ ਉਹ ਕਰਨੀ ਤੁਹਾਡੇ ਵਾਸਤੇ ਮੁਸ਼ਕਲ ਹੋ ਜਾਏਗੀ। ਪਰ ਭਾਈ ਮਰਦਾਨਾ ਜੀ ਨੇ ਬੜੇ ਉਤਸ਼ਾਹ ਨਾਲ ਪੁੱਛਿਆ ਕਿ ਇਹੋ ਤਾਂ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਇਹ ਦੱਸੋ ਕਿ ਤੁਹਾਨੂੰ ਕਿੰਨਾ ਚਿਰ ਹੋ ਗਿਆ ਇਸ ਧਰਤੀ 'ਤੇ ਰਹਿੰਦਿਆਂ ਨੂੰ। ਫਿਰ ਕਾਕ ਸੰਗ ਨੇ ਜੋ ਭਾਈ ਮਰਦਾਨਾ ਜੀ ਨੂੰ ਦੱਸਿਆ ਉਹਦੇ ਵਿੱਚ ਉਹਨੇ ਇਹ ਦੱਸਿਆ ਹੈਗਾ ਕਿ ਜਿਵੇਂ 1000 ਯੁੱਗ ਬੀਤ ਜਾਂਦਾ ਹੈਗਾ, 1000 ਯੁੱਗ ਬੀਤਣ ਦੇ ਨਾਲ ਸਮਝ ਲਓ ਵੀ ਇੱਕ ਬ੍ਰਹਮਾ ਦਾ ਇੱਕ ਦਿਨ ਬਣਦਾ ਹੈਗਾ। ਤੇ ਇਸ ਤਰ੍ਹਾਂ ਜਦੋਂ 1000 ਯੁੱਗ ਹੋਰ ਬੀਤ ਜਾਂਦਾ ਹੈਗਾ ਤਾਂ ਇਸ ਤਰ੍ਹਾਂ ਇੱਕ ਬ੍ਰਹਮੇ ਦੀ ਰਾਤ ਜਾਂਦੀ ਆ। ਇਸੇ ਤਰ੍ਹਾਂ ਕਹਿੰਦੇ ਵੀ ਸਮਝ ਲਓ ਵੀ ਇੱਕ ਮਹੀਨਾ ਜਿਹੜਾ ਇਸੇ ਤਰ੍ਹਾਂ ਚਲਿਆ ਜਾਂਦਾ। ਭਾਵ ਕੀ ਹੈ ਕਿ ਇਹਦੇ ਦਿਨਾਂ ਦੇ ਕਰਦੇ ਕਰਦੇ ਜਦ ਇਸ ਤਰ੍ਹਾਂ ਦੀ ਗਿਣਤੀ 100 ਹੋ ਜਾਂਦੀ ਆ ਤਾਂ ਫਿਰ ਬ੍ਰਹਮੇ ਦੀ ਮੌਤ ਹੋ ਜਾਂਦੀ ਆ। ਤੇ ਫਿਰ ਇਸ ਮੌਤ ਤੋਂ ਬਾਅਦ ਫਿਰ ਇਸ ਪੂਰੇ ਸੰਸਾਰ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਪਰਲੋ ਆਉਂਦੀ ਆ। ਉਸ ਤੋਂ ਬਾਅਦ ਫਿਰ ਬ੍ਰਹਮੇ ਦੀ ਜਿਹੜੀ ਹੈ ਨਵੀਂ ਉਤਪਤੀ ਹੁੰਦੀ ਆ। ਉਸ ਤੋਂ ਬਾਅਦ ਫਿਰ ਨਵੀਂ ਜਿਹੜੀ ਸ੍ਰਿਸ਼ਟੀ ਸਜਦੀ ਆ। ਉਸ ਤੋਂ ਬਾਅਦ ਫਿਰ ਇਹ ਜਿਹੜੀ ਖੇਡ ਦੁਬਾਰਾ ਜੀਵ ਜੰਤੂਆਂ ਦੀ ਜਾਂ ਖੰਡਾਂ ਬ੍ਰਹਿਮੰਡਾਂ ਦੀ ਸ਼ੁਰੂ ਹੋ ਜਾਂਦੀ ਆ। ਜਦ ਕਾਕ ਸੰਗ ਨੇ ਇਹ ਸਾਰੀ ਜਿਹੜੀ ਸੀਗੀ ਵਿਥਿਆ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਦੱਸੀ ਆ ਤੇ ਫਿਰ ਭਾਈ ਬਾਲਾ ਜੀ ਨੇ ਜਿਹੜੀ ਸੀ ਕਾਕ ਸੰਗ ਨੂੰ ਇਹ ਦੱਸਿਆ ਹੈਗਾ
ਕਿ ਤੁਸੀਂ ਦੇਖੋ ਇੰਨਾ ਸਮਾਂ ਇਸ ਧਰਤੀ ਦੇ ਵਿੱਚ ਗੁਜ਼ਾਰਿਆ ਹੈਗਾ, ਇੰਨੇ ਯੁੱਗ ਦੀ ਤੁਸੀਂ ਗੱਲ ਕਰਦੇ ਆ, ਕੀ ਤੁਹਾਨੂੰ ਇਹ ਸਾਰਾ ਗਿਆਤ ਵਾ ਇਸ ਯੁੱਗ ਬਾਰੇ ਕਿ ਇਸ ਯੁੱਗ ਦੇ ਵਿੱਚ ਹੁੰਦਾ ਕੀ ਹੈ? ਤਾਂ ਫਿਰ ਕਾਕਪਸੰਗ ਨੇ ਦੱਸਿਆ ਸੀਗਾ ਕਿ ਮੇਰੀ ਜਿਹੜੀ ਜਾਣਕਾਰੀ ਹੈ ਉਹ ਏਡੀ ਲੰਬੀ ਹੈ ਕਿ ਮੈਂ ਆਪਣੇ ਜੀਵਨ ਦੇ ਵਿੱਚ ਇਸ ਤਰ੍ਹਾਂ ਬ੍ਰਹਮਾ ਦੀ ਜਿਹੜੀ ਉਮਰ ਦੇ ਹਿਸਾਬ ਨਾਲ ਬਹੁਤ ਬ੍ਰਹਮੇ ਜਿਹੜੇ ਸੀਗੇ ਆਪਣੀ ਜ਼ਿੰਦਗੀ ਦੇ ਵਿੱਚ ਜੰਮਦੇ ਅਤੇ ਮਰਦੇ ਦੇਖੇ ਆ, ਅਤੇ ਕਈ ਵਾਰੀ ਪਰਲੋ ਅਤੇ ਕਈ ਵਾਰੀ ਜਿਹੜੀ ਹੈ ਮਹਾਪਰਲੋ ਜਿਹੜੀ ਹੈ ਮੈਂ ਆਪਣੇ ਜੀਵਨ ਦੇ ਵਿੱਚ ਇਹ ਵੀ ਦੇਖੀ ਆ। ਪਰ ਕਹਿੰਦੇ ਮੈਂ ਇੱਥੇ ਸਭ ਕੁਛ ਦੇਖਦਾ ਹੋਏ ਵੀ ਵਾਹਿਗੁਰੂ ਜੀ ਦੇ ਜਸ ਜਿਹੜਾ ਨਾ ਗਾਉਂਦਾ ਰਹਿੰਦਾ ਹੈਗਾ, ਅਤੇ ਇਸ ਗਾਉਣ ਤੋਂ ਬਾਅਦ ਮੈਂ ਇਸੇ ਆਨੰਦ ਦੇ ਵਿੱਚ ਰਹਿੰਦਾ ਹੈਗਾ। ਇਸ ਤਰ੍ਹਾਂ ਕਹਿੰਦੇ ਉਹ ਜਦੋਂ ਕਾਕਪਸੰਗ ਨੇ ਸਾਰੀ ਜਿਹੜੀ ਸੀ ਗੱਲਬਾਤ ਇਹ ਦੱਸੀ ਆ, ਅਤੇ ਫਿਰ ਭਾਈ ਵਾਲਾ ਜੀ ਨੇ ਹੈਰਾਨ ਹੋ ਕੇ ਕਾਕਪਸੰਗ ਨੂੰ ਇਹ ਪੁੱਛਿਆ ਹੈਗਾ ਕਿ ਤੁਸੀਂ ਇੰਨੇ ਯੁੱਗਾਂ ਤੋਂ ਜਾਂ ਇੰਨੇ ਅਣਗਿਣਤ ਸਮੇਂ ਤੋਂ ਇਸ ਜਗ੍ਹਾ ਦੇ ਉੱਤੇ ਰਹਿੰਦੇ ਆ, ਜਿਵੇਂ ਤੁਹਾਡੇ ਦੱਸਣ ਦੇ ਮੁਤਾਬਕ ਕਿ ਤੁਸੀਂ ਹਜ਼ਾਰਾਂ ਲੱਖਾਂ ਜਿਹੜੇ ਯੁੱਗ ਵਾ ਇਸੇ ਤਰ੍ਹਾਂ ਸਾਰੀ ਸ੍ਰਿਸ਼ਟੀ ਦੀ ਉਤਪਤੀ ਅਤੇ ਪਰਲੋ ਹੁੰਦੀ ਅੱਖੀਂ ਦੇਖੀ, ਕਈ ਬ੍ਰਹਮਾ ਤੁਹਾਡੇ ਜੀਵਨ 'ਚ ਆਏ ਆ, ਕਈ ਗਏ ਆ, ਪਰ ਤੁਹਾਨੂੰ ਆ ਜਿਹੜੀ ਕਾਕਪਸੰਗ ਦੀ ਜੂਨ ਹੈਗੀ ਆ ਕਾਂ ਵਾਲੀ, ਇਹ ਕਿਵੇਂ ਪ੍ਰਾਪਤ ਹੋਈ ਆ? ਫਿਰ ਕਾਕਪਸੰਗ ਨੇ ਬੜਾ ਇਹਦਾ ਇੱਕ ਬਚਿੱਤਰ ਜਿਹੜਾ ਉਹ ਖੇਡ ਦੱਸੀ ਆ। ਉਹਦੇ ਵਿੱਚ ਕਾਕਪਸੰਗ ਨੇ ਇਹ ਦੱਸਿਆ ਸੀਗਾ ਕਿ ਮੈਂ ਇੱਕ ਵਾਰ ਕਿਸੇ ਸਮੇਂ ਦੇ ਵਿੱਚ ਸ਼ਿਵ ਭਗਵਾਨ ਦੀ ਬੜੀ ਤਪੱਸਿਆ ਕਰਦਾ ਹੁੰਦਾ ਸੀ। ਕਹਿੰਦੇ ਜਦੋਂ ਮੈਂ ਬੰਦਗੀ ਕਰਦਾ ਹੁੰਦਾ ਸੀਗਾ, ਪਰ ਉਸ ਟਾਈਮ ਸ਼ਿਵ ਜੀ ਦੇ ਨਾਲ ਮੈਨੂੰ ਇੰਨਾ ਪ੍ਰੇਮ ਹੁੰਦਾ ਸੀਗਾ ਕਿ ਮੈਂ ਕਿਸੇ ਹੋਰ ਦੇਵੀ ਦੇਵਤੇ ਦਾ ਸਨਮਾਨ ਤਾਂ ਇੱਕ ਪਾਸੇ ਉਹਦਾ ਨਾਮ ਹੀ ਜਿਹੜਾ ਸੁਣਨਾ ਨਹੀਂ ਸੀ ਚਾਹੁੰਦਾ। ਪਰ ਮੇਰੇ ਸਮੇਂ ਦੇ ਵਿੱਚ ਕਹਿੰਦੇ ਕਈ ਐਸੇ ਭਗਤ ਹੋਏ ਸੀ ਜਿਹੜੇ ਵਿਸ਼ਨੂੰ ਭਗਵਾਨ ਦੀ ਜਿਹੜੀ ਸੀ ਉਹ ਭਜਨ ਬੰਦਗੀ ਕਰਦੇ ਹੁੰਦੇ ਸੀਗੇ, ਪਰ ਮੈਂ ਵਿਸ਼ਨੂੰ ਭਗਵਾਨ ਦਾ ਜਿਹੜਾ ਨਾਂ ਸੁਣਨਾ ਨਹੀਂ ਸੀ ਚਾਹੁੰਦਾ ਕਿਉਂਕਿ ਮੈਨੂੰ ਸ਼ਿਵ ਜੀ ਦੇ ਨਾਲ ਅਤ ਪ੍ਰੇਮ ਹੁੰਦਾ ਸੀਗਾ। ਪਰ ਕਹਿੰਦੇ ਜੇ ਸਮੇਂ ਦੇ ਵਿੱਚ ਇੱਕ ਅਯੁੱਧਿਆ ਨਾਮ ਦੀ ਨਗਰੀ ਦੇ ਵਿੱਚ ਜਿੱਥੇ ਮੈਂ ਸ਼ੂਦਰ ਦੇ ਰੂਪ ਦੇ ਵਿੱਚ ਰਹਿੰਦਾ ਸੀਗਾ, ਉੱਥੇ ਕਹਿੰਦੇ ਸਮਾਂ ਪਾ ਕੇ ਕਾਲ ਪਿਆ। ਜਦ ਕਹਿੰਦੇ ਕਾਲ ਪਿਆ ਅਤੇ ਕਹਿੰਦੇ ਮੈਂ ਅਯੁੱਧਿਆ ਨਗਰੀ ਛੱਡ ਕੇ ਉਸ ਤੋਂ ਬਾਅਦ ਫਿਰ ਕਹਿੰਦੇ ਇੱਧਰ ਅਜੈਨ ਜਿਹੜੇ ਨਗਰ ਵੱਲ ਚਲੇ ਗਿਆ। ਜਦ ਗਿਆ ਅਤੇ ਉੱਥੇ ਜਿਹੜੇ ਬ੍ਰਾਹਮਣ ਰਹਿੰਦੇ ਸੀਗੇ, ਇਹ ਜਿਹੜੇ ਬ੍ਰਾਹਮਣ ਸੀਗੇ ਇੱਥੇ ਕਹਿੰਦੇ ਕਾਲ ਨਾਂ ਦੀ ਕੋਈ ਵਸਤੂ ਨਹੀਂ ਸੀਗੀ। ਸਾਰੇ ਜਿਹੜੇ ਬ੍ਰਾਹਮਣ ਸੀ ਬੜੇ ਆਨੰਦ ਅਤੇ ਬੜੇ ਖੁਸ਼ੀ ਦਾ ਜੀਵਨ ਬਤੀਤ ਕਰਦੇ ਹੁੰਦੇ ਸੀਗੇ। ਕਹਿੰਦੇ ਜਦੋਂ ਮੈਂ ਇਹ ਦੇਖਿਆ ਅਤੇ ਮੈਂ ਇਹਦਾ ਕਾਰਨ ਦੇਖਿਆ ਕਿ ਅਸਲ 'ਚ ਇਹ ਕਾਰਨ ਹੈ ਕੀ। ਫਿਰ ਕਹਿੰਦੇ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਕਿਸੇ ਵੀ ਬ੍ਰਾਹਮਣ ਵਿੱਚ ਕੋਈ ਦਵੈਸ਼ ਨਹੀਂ ਜਾਂ ਕੋਈ ਈਰਖਾ ਨਹੀਂ ਹੈ। ਕਹਿੰਦੇ ਇਹ ਫਿਰ ਮੈਨੂੰ ਬੜਾ ਵਧੀਆ ਲੱਗਾ ਪਏ। ਕਹਿੰਦੇ ਮੈਂ ਇੱਥੇ ਜੈਨ ਦੇ ਵਿੱਚ ਇੱਕ ਬ੍ਰਾਹਮਣ ਨੂੰ ਆਪਣਾ ਗੁਰੂ ਧਾਰਨ ਕਰ ਲਿਆ। ਪਰ ਕਹਿੰਦੇ ਜਦੋਂ ਮੈਂ ਗੁਰੂ ਧਾਰਨ ਕੀਤਾ ਤਾਂ ਕਹਿੰਦੇ ਉਹ ਜਿਹੜੇ ਬ੍ਰਾਹਮਣ ਸੀਗੇ ਜਿਨ੍ਹਾਂ ਨੂੰ ਮੈਂ ਗੁਰੂ ਧਾਰਨ ਕੀਤਾ ਉਹ ਵਿਸ਼ਨੂੰ ਭਗਤ ਦੇ ਉਪਾਸ਼ਕ ਸੀਗੇ, ਅਤੇ ਕਹਿੰਦੇ ਉਹਨਾਂ ਨੇ ਮੈਨੂੰ ਵਿਸ਼ਨੂੰ ਦੀ ਬੰਦਗੀ ਕਿਸ ਤਰ੍ਹਾਂ ਕਰਨੀ ਆ ਆਪਣੇ ਜੀਵਨ ਦੇ ਵਿੱਚ ਕਹਿੰਦੇ ਮੈਨੂੰ ਉਹ ਕਹਿਣੀ ਜਿਹੜੀ ਸੀ ਉਹ ਸਿਖਾਉਣੀ ਸ਼ੁਰੂ ਕਰ ਦਿੱਤੀ। ਪਰ ਮੇਰਾ ਜਿਹੜਾ ਮਨ ਸੀਗਾ ਕਿਉਂਕਿ ਉਹ ਸ਼ਿਵ ਜੀ ਦੇ ਨਾਲ ਜੁੜਿਆ ਹੋਇਆ ਸੀਗਾ, ਇਸ ਕਰਕੇ ਜਦੋਂ ਵੀ ਉਹ ਵਿਸ਼ਨੂੰ ਦੀ ਗੱਲ ਕਰਦੇ ਹੁੰਦੇ ਸੀ ਤਾਂ ਕਹਿੰਦੇ ਮੇਰਾ ਜਿਹੜਾ ਅੰਦਰ ਸੀਗਾ ਸੜ ਜਾਂਦਾ ਸੀਗਾ। ਭਾਵ ਕੀ ਕਹਿੰਦੇ ਵੀ ਮੈਂ ਨਾ ਜਾਣਦਾ ਹੋਇਆਂ ਵੀ ਨਾ ਚਾਹੁੰਦਾ ਹੋਇਆਂ ਵੀ ਆਪਣੇ ਗੁਰੂ ਦੀ ਗੱਲ ਸੁਣ 'ਤੇ ਮਜਬੂਰ ਹੋ ਜਾਂਦਾ ਸੀਗਾ। ਪਰ ਕਹਿੰਦੇ ਮੈਂ ਆਪਣੇ ਗੁਰੂ ਦੀ ਜਿਹੜੀ ਗੱਲ ਸੀ ਇਹ ਸੁਣੀ ਅਤੇ ਅਣਸੁਣੀ ਕਰ ਦਿੰਦਾ ਸੀਗਾ, ਅਤੇ ਜਿਸ ਕਰਕੇ ਕਹਿੰਦੇ ਕਿਉਂਕਿ ਗੁਰੂ ਮੇਰੇ ਨੂੰ ਸਾਰੀ ਗੱਲ ਦਾ ਪਤਾ ਸੀਗਾ, ਪਰ ਫਿਰ ਵੀ ਕਹਿੰਦੇ ਉਹ ਆਪਣੀ ਮਸਤੀ ਦੇ ਵਿੱਚ ਮੈਨੂੰ ਉਹਨਾਂ ਨੇ ਕਈ ਤਰ੍ਹਾਂ ਦੇ ਯਤਨ ਕਰਕੇ ਕਈ ਵਿਧੀਆਂ ਰਾਹੀਂ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਆ ਕਿ ਸਾਰੇ ਪਰਮਾਤਮਾ ਦੇ ਰੂਪ ਹੈਗੇ ਆ, ਚਾਹੇ ਉਹ ਵਾਹਿਗੁਰੂ ਜਿਹੜਾ ਹੈਗਾ ਤਮੋ ਗੁਣੀ ਦੇ ਵਿੱਚ ਆ, ਚਾਹੇ ਉਹ ਸਤੋ ਗੁਣੀ 'ਚ ਆ, ਚਾਹੇ ਉਹ ਰਜੋ ਗੁਣੀ 'ਚ ਆ। ਪਰ ਕਹਿੰਦੇ ਮੈਂ ਜਿਹੜੀ ਸੀ ਇੱਕੋ ਹੀ ਗੱਲ ਜਿਹੜੀ ਸੀ ਉਹ ਦ੍ਰਿੜ ਕਰ ਰੱਖੀ ਆ ਕਿ ਮੈਂ ਜਾਣੀ ਕਿ ਕੇਵਲ ਅਤੇ ਕੇਵਲ ਦੂਸਰੇ ਦੀ ਗੱਲ ਨਹੀਂ ਸੁਣਨੀ ਹੈ। ਕਹਿੰਦੇ ਕਰਦੇ ਕਰਦੇ ਇਸ ਤਰ੍ਹਾਂ ਕਰਦੇ ਇੱਕ ਦਿਨ ਕਹਿੰਦੇ ਕੀ ਹੋਇਆ, ਮੈਂ ਸ਼ਿਵ ਜੀ ਮਹਾਰਾਜ ਦੇ ਮੰਦਰ 'ਚ ਬੈਠਾ ਸੀਗਾ। ਜਦ ਮੰਦਰ 'ਤੇ ਬੈਠਾ ਸੀਗਾ ਅਤੇ ਕਹਿੰਦੇ ਉਹ ਜਿਹੜੇ ਮੇਰੇ ਗੁਰੂ ਸੀਗੇ ਉਸ ਮੰਦਰ 'ਚ ਆਏ ਆ। ਜਦੋਂ ਕਹਿੰਦੇ ਮੰਦਰ 'ਚ ਆਏ ਆ ਅਤੇ ਕਹਿੰਦੇ ਮੈਂ ਉੱਠ ਕੇ ਆਪਣੇ ਗੁਰੂ ਦਾ ਜਿਹੜਾ ਸਨਮਾਨ ਨਹੀਂ ਕੀਤਾ, ਉਹਨਾਂ ਨੂੰ ਸੀਸ ਤੱਕ ਨਹੀਂ ਝੁਕਾਇਆ, ਅਤੇ ਇਸੇ ਹੀ ਹੈਂਕੜ ਅਤੇ ਹੰਕਾਰ ਦੇ ਵਿੱਚ ਬੈਠਾ ਰਿਹਾ। ਪਰ ਕਹਿੰਦੇ ਜਿਹੜੇ ਮੇਰੇ ਗੁਰੂ ਸੀ ਉਹ ਦਵੈਤ ਭਾਵ ਤੋਂ ਜਿਹੜੇ ਪਰੇ ਸੀਗੇ, ਉਹਨਾਂ ਵਿੱਚ ਹਰਖ ਸੋਗ ਅਤੇ ਇਸ ਤਰ੍ਹਾਂ ਦੀ ਜਿਹੜੀ ਸੀ ਗਮੀ ਖੁਸ਼ੀ ਆਦਰ ਅਤੇ ਨਰਾਦਰੇ ਦਾ ਕੋਈ ਅਸਰ ਨਹੀਂ ਸੀਗਾ। ਪਰ ਕਹਿੰਦੇ ਜਦੋਂ ਮੇਰੇ ਗੁਰੂ ਨੇ ਮੇਰੀ ਇਹ ਹਾਲਤ ਦੇਖੀ ਆ, ਉਹਨਾਂ ਨੇ ਕਹਿੰਦੇ ਮੈਨੂੰ ਕੋਈ ਬਚਨ ਨਹੀਂ ਬੋਲਿਆ, ਉਹ ਚੁੱਪ ਰਹੇ ਆ। ਪਰ ਜਦੋਂ ਕਹਿੰਦੇ ਉਹ ਮੰਦਰ 'ਚੋਂ ਬਾਹਰ ਜਾਣ ਲੱਗੇ ਉਸੇ ਟਾਈਮ ਕਹਿੰਦੇ ਮੰਦਰ ਦੇ ਅੰਦਰ ਇਹ ਜਿਹੜੀ ਆਕਾਸ਼ਬਾਣੀ ਹੋਈ ਆ ਕਿ ਤੂੰ ਆਪਣੇ ਗੁਰੂ ਦਾ ਨਰਾਦਰ ਕੀਤਾ ਹੈਗਾ, ਇਸ ਨਰਾਦਰੀ ਦੇ ਬਦਲੇ ਜਿਹੜਾ ਤੇਰਾ ਅਗਲਾ ਜਨਮ ਹੈਗਾ ਉਹ ਬਹੁਤ ਜ਼ਿਆਦਾ ਭੈੜਾ ਹੋਏਗਾ, ਤੈਨੂੰ ਨਰਕਾਂ ਦੀ ਸਜ਼ਾ ਮਿਲੇਗੀ ਅਤੇ ਤੈਨੂੰ ਤ੍ਰਿਗ ਜੂਨੀਆਂ ਦੇ ਵਿੱਚ ਜਾਣਾ ਪਵੇਗਾ।
ਜਦੋਂ ਕਹਿੰਦੇ ਆਕਾਸ਼ਬਾਣੀ ਹੋਈ ਆ ਉਸ ਟਾਈਮ ਫਿਰ ਕਹਿੰਦੇ ਮੈਂ ਬੜਾ ਰੋਇਆ। ਰੋਣ ਤੋਂ ਬਾਅਦ ਮੇਰੇ ਗੁਰੂ ਨੇ ਵੀ ਇਹ ਆਕਾਸ਼ਬਾਣੀ ਸੁਣੀ ਸੀ ਤੇ ਕਹਿੰਦੇ ਫਿਰ ਉਹਨੇ ਉਹਨਾਂ ਟਾਈਮਾਂ ਦੇ ਵਿੱਚ ਫਿਰ ਵਾਹਿਗੁਰੂ ਦੀ ਜਿਹੜੀ ਸੀਗੀ ਉਹ ਬੰਦਗੀ ਕੀਤੀ ਹੈ ਤੇ ਇਹਦੇ ਵਿੱਚ ਉਹਨੇ ਉਸਤਤੀ ਕਰਕੇ ਇਹ ਗੱਲ ਕਹਿਤੀ ਹੈ ਕਿ ਇਹ ਜੀਵ ਭੁਲੱਕੜ ਹੈਗਾ, ਕਿਰਪਾ ਕਰੋ ਕਿ ਇਹਨੂੰ ਜਾਣੀ ਕਿ ਬਖਸ਼ ਲਓ। ਕਹਿੰਦੇ ਜਦ ਇੰਨੀ ਕਹਿਣ ਦੀ ਢੇਰ ਸੀ ਤੇ ਫਿਰ ਕਹਿੰਦੇ ਆਕਾਸ਼ਬਾਣੀ ਹੋਈ ਆ ਕਿ ਇਹਨੂੰ ਆਪਣੇ ਜੀਵਨ ਦਾ ਪਿਛਲਾ ਸਾਰਾ ਜਿਹੜਾ ਜੀਵਨ ਆ ਉਹ ਯਾਦ ਰਹੇਗਾ ਤੇ ਪਰ ਇਹਨੂੰ ਇਹਨਾਂ ਟੇਢੀਆਂ ਜੁਨੀਆਂ ਤੇ ਨਰਕਾਂ ਦੀਆਂ ਸਜ਼ਾਵਾਂ ਭੁਗਤਣੀਆਂ ਪੈਣਗੀਆਂ। ਬਸ ਕਹਿੰਦੇ ਇਹ ਆਕਾਸ਼ਬਾਣੀ ਜਿਹੜੀ ਸੀ ਸੱਤ ਹੋਈ। ਉਹ ਤੋਂ ਬਾਅਦ ਫਿਰ ਕਹਿੰਦੇ ਜਿੰਨੇ ਵੀ ਨਰਕ ਮੈਂ ਭੋਗੇ ਆ ਉਸ ਤੋਂ ਬਾਅਦ ਜਿਹੜੀਆਂ 84 ਲੱਖ ਜੂਨਾਂ ਸੀਗੀਆਂ ਇਹ ਵੀ ਮੈਂ ਸਾਰੀਆਂ ਭੋਗੀਆਂ। ਜਦ ਕਹਿੰਦੇ 84 ਲੱਖ ਜੂਨਾਂ ਭੋਗ ਕੇ ਫਿਰ ਅਗਲਾ ਜਿਹੜਾ ਜਨਮ ਸੀਗਾ ਕਹਿੰਦੇ ਫਿਰ ਮੈਨੂੰ ਦੁਬਾਰਾ ਫਿਰ ਬ੍ਰਾਹਮਣਾਂ ਦੇ ਘਰ ਵਿੱਚ ਹੋਇਆ, ਜਿਸ ਕਰਕੇ ਕਹਿੰਦੇ ਮੈਨੂੰ ਪਿਛਲਾ ਸਾਰਾ ਜਨਮ ਜਿਹੜਾ ਸੀਗਾ ਜੋ ਸ਼ੁਰੂ ਤੋਂ ਚੱਲਦਾ ਆ ਰਿਹਾ ਸੀਗਾ ਉਹ ਜਿਉਂ ਦਾ ਤਿਉਂ ਹੀ ਮੇਰੇ ਜੇਨ ਦੇ ਵਿੱਚ ਸੀਗਾ। ਫਿਰ ਕਹਿੰਦੇ ਮੈਂ ਇਸ ਬ੍ਰਾਹਮਣ ਜਨਮ ਦੇ ਵਿੱਚ ਆ ਕੇ ਫਿਰ ਚੰਗੇ ਗੁਣ ਧਾਰਨ ਕੀਤੇ ਤੇ ਇੱਕ ਦਿਨ ਕਹਿੰਦੇ ਮੈਂ ਆਪ ਮੇਰੇ ਮਨ ਦੀ ਇੱਛਾ ਦੇ ਹਿਸਾਬ ਦੇ ਨਾਲ ਇੱਕ ਜਿਹੜੇ ਰਿਸ਼ੀ ਲੋਮਸ਼ ਰਿਸ਼ੀ ਜਿਹੜੇ ਬੜੇ ਪ੍ਰਸਿੱਧ ਸੀ, ਜਿਹੜੇ ਬਹੁਤ ਦੀਰਘ ਕਾਲ ਆਜੂ ਵਾਲੇ ਸੀਗੇ ਤੇ ਕਹਿੰਦੇ ਫਿਰ ਮੈਂ ਉਹਨਾਂ ਦੇ ਕੋਲ ਉਪਦੇਸ਼ ਲੈਣ ਚਲੇ ਗਿਆ। ਜਦ ਕਹਿੰਦੇ ਮੈਂ ਲੋਮਸ ਰਿਸ਼ੀ ਦੇ ਪਾਸ ਉਪਦੇਸ਼ ਲੈਣ ਗਿਆ ਤਾਂ ਲੋਮਸ ਰਿਸ਼ੀ ਨੇ ਮੈਨੂੰ ਨਿਰਗੁਣ ਦਾ ਉਪਾਸਨਾ ਦੀ ਜਿਹੜੀ ਸੀਗੀ ਉਹ ਸਾਰੀ ਹੀ ਸਿਫਤ ਕਰਕੇ ਦੱਸੀ ਆ। ਪਰ ਕਹਿੰਦੇ ਮੈਂ ਵਾਰ-ਵਾਰ ਜਿਹੜਾ ਸੀਗਾ ਉਹ ਲੋਮਸ ਰਿਸ਼ੀ ਤੋਂ ਸਰਗੁਣ ਦੀ ਉਪਾਸਨਾ ਬਾਰੇ ਪੁੱਛਦਾ ਰਿਹਾ, ਪਰ ਲੋਮਸ ਜਿਹੜੇ ਰਿਸ਼ੀ ਸੀਗੇ ਕਹਿੰਦੇ ਉਹ ਨਿਰਗੁਣ ਦੀ ਉਪਾਸਨਾ ਨੂੰ ਕਹਿੰਦੇ ਵਾਰ-ਵਾਰ ਦੱਸ ਕੇ ਕਹਿੰਦੇ ਮੈਨੂੰ ਅਨੇਕ ਤਰੀਕਿਆਂ ਨਾਲ ਸਮਝਾਉਣ ਦਾ ਯਤਨ ਪਹਿਲਾਂ ਕਰਦੇ ਰਹੇ। ਪਰ ਕਹਿੰਦੇ ਮੈਂ ਉਹਨਾਂ ਦੇ ਸਾਰੇ ਬਚਨਾਂ ਨੂੰ ਤਰਕ ਦਿੱਤਾ ਹਿਸਾਬ ਦੇ ਉੱਤੇ ਕਹਿੰਦੇ ਮੈਂ ਸੁਣਨ ਨੂੰ ਤਿਆਰ ਨਾ ਹੋਇਆ। ਫਿਰ ਜਦ ਕਹਿੰਦੇ ਮੈਂ ਇਸ ਤਰ੍ਹਾਂ ਤਿਆਰ ਨਾ ਹੋਇਆ ਤਾਂ ਕੁਦਰਤੀ ਕਹਿੰਦੇ ਲੋਮਸ ਰਿਸ਼ੀ ਦੇ ਜਿਹੜੇ ਸੀ ਮੁਖ ਤੋਂ ਇਸ ਤਰ੍ਹਾਂ ਨਿਕਲ ਗਿਆ ਕਿ ਤੁਸੀਂ ਪਰਿੰਦਿਆਂ ਦੇ ਵਾਂਗ ਇਸ ਬਚਨ ਨੂੰ ਜਿਹੜਾ ਹੈਗਾ ਤੁਸੀਂ ਵਾਰ-ਵਾਰ ਕੱਟ ਕਰਦੇ ਆ। ਜਦ ਕਹਿੰਦੇ ਇੰਨੀ ਗੱਲ ਹੋਈ ਆ ਤਾਂ ਉਸ ਟਾਈਮ ਆਕਾਸ਼ਬਾਣੀ ਹੋਈ ਆ ਕਿ ਤੁਸੀਂ ਮਹਾਨ ਰਿਸ਼ੀ ਦੇ ਜਿਹੜੇ ਬਚਨਾਂ ਦੇ ਉੱਤੇ ਤਰਕ ਕਰ ਦਿੱਤਾ ਹੈ, ਵਾਹਿਗੁਰੂ ਦੇ ਨਿਰਗੁਣ ਸਰੂਪ 'ਤੇ ਤਰਕ ਕਰ ਦਿੱਤਾ ਹੈਗਾ। ਇਸ ਕਰਕੇ ਪੰਛੀਆਂ ਦੀ ਜਿਹੜੀ ਸਭ ਤੋਂ ਜਿਹੜੀ ਮੰਦੀ ਜੂਨ ਆ ਉਹਦੇ ਵਿੱਚ ਫਿਰ ਤੇਰਾ ਜਿਹੜਾ ਸੀ ਉਹ ਦੁਬਾਰਾ ਜਨਮ ਹੋਏਗਾ। ਕਹਿੰਦੇ ਜਦ ਇਹ ਜਿਹੜੀ ਸੀ ਗੱਲ ਹੋਈ ਤਾਂ ਫਿਰ ਮੈਂ ਲੋਮਸ ਰਿਸ਼ੀ ਦੇ ਪੈਰ ਫੜੇ। ਮੈਂ ਕਿਹਾ ਜੀ ਕਿ ਇਹ ਜੋ ਆਕਾਸ਼ਬਾਣੀ ਇਹ ਤਾਂ ਸੱਚ ਹੀ ਹੋਵੇਗੀ, ਪਰ ਇੱਕ ਕਿਰਪਾ ਕਰੋ ਕਿ ਮੈਨੂੰ ਮੇਰੇ ਜਿਹੜੇ ਪਿਛਲੇ ਸਾਰੇ ਜਨਮ ਜਿਉਂਦੇ ਤਿਉਂ ਗਿਆਨ ਹੋਣ। ਫਿਰ ਕਹਿੰਦੇ ਲੋਮਸ ਰਿਸ਼ੀ ਦੇ ਜਿਹੜੇ ਸੀਗੇ ਇੰਨੇ ਹੀ ਮੇਰੀ ਜਿਹੜੀ ਨਿਮਰਤਾ ਭਾਵਨਾ ਨੂੰ ਦੇਖ ਕੇ ਦਰਬ ਗਏ ਤਾਂ ਉਹਨਾਂ ਨੇ ਫਿਰ ਨਿਰੰਕਾਰ ਅੱਗੇ ਬੇਨਤੀ ਕੀਤੀ ਆ। ਫਿਰ ਕਹਿੰਦੇ ਮੇਰਾ ਭਾਵੇਂ ਜਿਹੜਾ ਜਨਮ ਸੀਗਾ ਮੁੜ ਕੇ ਕਾਂਗ ਭੁਸੰਗ ਦੇ ਇਸ ਪੰਛੀ ਦੇ ਰੂਪ ਦੇ ਵਿੱਚ ਮੈਨੂੰ ਪ੍ਰਾਪਤ ਹੋ ਗਿਆ, ਪਰ ਇਹਦੇ ਵਿੱਚ ਵੀ ਮੈਨੂੰ ਸਾਰੇ ਪਿਛਲੇ ਜਨਮਾਂ ਦੀ ਜਿਉਂ ਦੀ ਤਿਉਂ ਖਬਰ ਹੈਗੀ ਆ। ਜਦ ਇਸ ਤਰ੍ਹਾਂ ਹੋਇਆ ਤਾਂ ਫਿਰ ਕਹਿੰਦੇ ਲੋਮਸ ਰਿਸ਼ੀ ਨੇ ਮੈਨੂੰ ਇਹ ਵੀ ਆਖਿਆ ਸੀਗਾ ਕਿ ਇੱਕ ਵਰਦਾਨ ਜਿਹੜਾ ਹੈਗਾ ਤੈਨੂੰ ਹੋਰ ਦੇਵਾਂਗੇ ਕਿ ਇਹ ਜਿਹੜਾ ਵਰਦਾਨ ਹੈ ਇਹ ਤੈਨੂੰ ਇੱਛਾ ਮ੍ਰਿਤੂ ਦਾ ਵਰਦਾਨ ਦਿੱਤਾ ਜਾਏਗਾ। ਜਦੋਂ ਤੇਰੀ ਇੱਛਾ ਹੋਊਗੀ ਤਾਂ ਤੂੰ ਇਸ ਜੂਨੀ ਤੋਂ ਸਮਾਂ ਪਾ ਕੇ ਆਪਣਾ ਛੁਟਕਾਰਾ ਕਰ ਸਕਦਾ ਹੈਗਾ। ਪਰ ਕਹਿੰਦੇ ਹੁਣ ਆਪ ਨਿਰੰਕਾਰ ਗੁਰੂ ਨਾਨਕ ਸਾਹਿਬ ਦੇ ਰੂਪ ਦੇ ਵਿੱਚ ਮੇਰੀ ਧਰਤੀ 'ਤੇ ਆਇਆ ਹੈਗਾ ਤੇ ਕਹਿੰਦੇ ਜਿਨ੍ਹਾਂ ਦੇ ਬਾਰੇ ਮੈਂ ਸੁਣਿਆ ਸੀ ਤੇ ਮੇਰੇ ਮਨ ਦੀ ਤਮੰਨਾ ਤੇ ਖਿੱਚ ਸੀਗੀ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਾਂ। ਪਰ ਕਹਿੰਦੇ ਦੇਖੋ ਆਪ ਨਿਰੰਕਾਰ ਨੇ ਮੇਰੇ ਇਸ ਅਸਥਾਨ 'ਤੇ ਆ ਕੇ ਮੈਨੂੰ ਆਪ ਦਰਸ਼ਨ ਦਿਦਾਰੇ ਦਿੱਤੇ ਆ ਤੇ ਇਹਨਾਂ ਦਰਸ਼ਨ ਦਿਦਾਰਿਆਂ ਦਾ ਸਦਕਾ ਹੀ ਮੇਰੇ ਅੰਦਰ ਜਿਹੜੀ ਸੀ ਉਹ ਸ਼ਾਂਤੀ ਜਿਹੜੀ ਸੀ ਉਹ ਸਮੁੰਦਰ ਦੀ ਗਹਿਰਾਈ ਵਾਂਗੂ ਪ੍ਰਗਟ ਹੋ ਗਈ ਆ। ਹੁਣ ਮੈਂ ਐਸੀ ਅਥਾਹ ਸ਼ਾਂਤੀ ਤੇ ਐਸੇ ਆਨੰਦ ਦੇ ਵਿੱਚ ਮੈਂ ਪਹੁੰਚ ਗਿਆ ਹੈਗਾ ਕਿ ਹੁਣ ਮੇਰਾ ਮਨ ਜਿਹੜਾ ਇਹ ਕਰਦਾ ਹੈਗਾ ਕਿ ਇਹ ਜਿਸ ਜੂਨ ਦੇ ਵਿੱਚ ਕਾਂਗ ਭੁਸੰਗ ਦੀ ਦੇਹੀ ਦੇ ਅੰਦਰ ਮੈਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਰਸ਼ਨ ਦੇ ਕੇ ਐਸੀ ਅਥਾਹ ਸ਼ਾਂਤੀ ਬਖਸ਼ ਦਿੱਤੀ ਹੈ। ਹੁਣ ਮੈਂ ਜਿਹੜੀ ਇਹ ਦੇਹ ਹੈਗੀ ਆ ਜਿਹੜੀ ਕਾਂਗ ਭੁਸੰਗ ਦੀ ਮੈਨੂੰ ਮਿਲੀ ਹੈਗੀ ਆ, ਮੈਂ ਹੁਣ ਇਸ ਦੇਹੀ ਦਾ ਕਦੀ ਤਿਆਗ ਨਹੀਂ ਕਰਾਂਗਾ, ਕਿਉਂਕਿ ਮੈਂ ਭਾਵੇਂ ਅਰਬਾਂ ਖਰਮਾਂ ਯੁੱਗਾਂ ਦੇ ਵਿੱਚ ਇਹ ਆਪਣੇ ਜੀਵਨ ਦੀ ਸਾਰੀ ਚੇਤਨ ਸੱਤਾ ਮੇਰੇ ਜਿਹੜੇ ਜੀਣ ਦੇ ਵਿੱਚ ਜਿਉਂਦੀ ਤਿਉਂ ਹੀ ਹੈ ਕਿ ਕਿਵੇਂ ਮੇਰੇ ਜੀਵਨ ਦੇ ਵਿੱਚ ਇਸ ਤਰ੍ਹਾਂ ਦੇ ਕਈ ਬ੍ਰਹਮਾ ਆਏ, ਕਈ ਚਲੇ ਗਏ, ਕਈ ਪਰਲੋ ਆਈਆਂ, ਕਈ ਚਲ ਗਈਆਂ, ਕਈ ਵਾਰੀ ਦੁਨੀਆ ਜਿਹੜੀ ਉਜੜੀ, ਕਈ ਵਾਰੀ ਨਵੇਂ ਸਿਰਿਓਂ ਬਣੀ ਹੈ। ਪਰ ਇੰਨਾ ਲੰਬਾ ਜੀਵਨ ਤੋਂ ਬਾਅਦ ਵੀ ਮੇਰੇ ਅੰਦਰ ਸ਼ਾਂਤੀ ਜਿਹੜੀ ਸੀਗੀ ਉਹ ਨਹੀਂ ਆਈ। ਪਰ ਅੱਜ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਦੇ ਨਾਲ ਹੀ ਮੇਰੇ ਅੰਦਰ ਸ਼ਾਂਤੀ ਜਿਹੜੀ ਹੈ ਉਹ ਹੁਣ ਸਦਾ ਲਈ ਟਿਕ ਗਈ ਹੈ। ਤੇ ਇਸ ਸ਼ਾਂਤੀ ਦਾ ਸਦਕਾ ਹੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਾ ਸਦਕਾ ਹੀ ਇਹ ਜਿਹੜੀ ਦੇਹ ਬਹੁਤ ਮਲੀਨ ਪੰਛੀਆਂ ਦੇ ਵਿੱਚ ਮੰਨੀ ਗਈ ਹੈਗੀ ਆ, ਇਹ ਹੁਣ ਮੈਨੂੰ ਅਤ ਪਿਆਰੀ ਭਾਸਦੀ ਹੈ, ਕਿਉਂਕਿ ਇਸੇ ਦੇਹੀ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਮੈਂ ਹਮੇਸ਼ਾ ਵਾਸਤੇ ਅੰਮ੍ਰਿਤ ਦਾ ਸਰੋਵਰ ਔਰ ਸ਼ਾਂਤੀ ਦਾ ਜੋ ਮਹਿਕ ਦਾ ਖੇੜਾ ਹੈਗਾ
वो मैनू सदा वास्ते प्राप्त हो गया है। जिस करके ये जिहड़ा इच्छा मृत्यु का वरदान मैनू रोमस ऋषि द्वारा प्राप्त होया सीगा। हुण मैं ये इच्छा मृत्यु का वरदान जिहड़ा हैगा ये अपने जीवन दे विच एक पासे रख दिंदा हाँ। ते हुण इसे ही कांग पसंग दी देही दे विच रह के गुरु नानक साहब महाराज दे गुण गावांगा ते इन्हां दा ही जिहड़ा सारी गुणां दी उस्तति दी विच हरि जस दा कीर्तन करांगा। जदों कांग पसंग ने भाई बाला जी ते भाई मरदाना जी नूं ये सारी अपनी जीवन की जो विथया सी आख सुनाई आ ते ये आख के फिर कांग पसंग महाराज ने गुरु नानक साहब महाराज के चरणों ते मत्था टेकिया। उस तो बाद फिर गुरु नानक साहब जिहड़े सीगे इस बहंगमां दी धरती तो जिहड़े सीगे फिर उत्थों चलदे होए। भाव की है कि ये जिहड़ा कांग पसंग दी जीवन की जो महान उन्हां दी जीवन की चेतन सत्ता की जात दे अंदर एक विचित्र जीवन जो भाई साहब भाई संतोख सिंह हुणां ने अपने ग्रंथ दे विच इस दा बड़ा ही सुंदर हवाला दे के इस सारा जिक्र कीता हैगा। ये बड़ा ही अचंभेमई हैगा क्योंकि जिवें गुरबाणी दा फरमान है कि हों आया दूरों चल के मैं तक्की तो सरनाए जियो। कहंदे मैं बहुत दूरों चल के आया ते मैं तेरी शरण तक्की हैगी आ। भाव की है कि मैं आया दूरों चल के किन्नी दूरों चल के आया। जिहदा खुलासा जिहड़ा है ना सानू कांग पसंग दा जो उन्हां दी चेतन सत्ता दे विच भाई बाला जी ते भाई मरदाना जी नाल साझा कीता गया है सुन के बड़ा ही जिहड़ा है ना मन दे विच हैरत हुंदा हैगा कि देखो इत्थे इन्हां ब्रह्मंडां दे अंदर कांग पसंग एक नहीं पता नहीं किन्ने कांग पसंग किन्ने ब्रह्मे किन्ने विष्णु ते किन्ने शिव जी आए आ ते किन्ने चले गए आ पर वाहिगुरु जिहड़े आ सदा तो सदा एक रहे आ। ये जीव आत्मा जिहड़ी दीर्घ काल तो इसे ही इन्हां ब्रह्मंडां दे विच विचरदी आ रही है ते अनंत जुनिया तो हुंदी होई अज आप निरंकार धन गुरु नानक साहब दे महाराज दे चरनां नाल जुड़ के सदा वास्ते खुश ते अमर ते सदैव जीवन वाली हो गई आ। सो इन्ने बचन करदा होया दास खेमा दा जाचक है जी होइयां भुल्लां चुक्कां दी खेमा बख्शणी। सो फतेह बुलाओ जी। वाहिगुरु जी का खालसा वाहिगुरु जी की फतेह।